ਜੱਜ ਸਾਹਿਬ ਆਪਣੀ ਹੀ ਮਾਂ ਨੂੰ ਬ੍ਰਿਥ ਘਰ ਛੱਡ ਆਏ ਸੀ। ਆਸ਼ਰਮ 'ਚ ਮਾਂ ਦਾ ਧਿਆਨ ਰੱਖਣ ਲਈ ਉਥੋਂ ਦੇ ਚੌਕੀਦਾਰ ਨਾਲ ਦੋਸਤੀ ਕਰ ਲਈ ਅਤੇ ਉਹਨੂੰ ਥੋੜੇ ਪੈਸੇ ਵੀ ਦੇ ਦਿੱਤੇ। ਚੌਕੀਦਾਰ ਦੇ ਪੁੱਛਣ ਤੇ ਜੱਜ ਨੇ ਚੌਕੀਦਾਰ ਨੂੰ ਕੋਈ ਜਵਾਬ ਨਾ ਦਿੱਤਾ ਤੇ ਦਿਲ ਦੀਆਂ ਗੱਲਾਂ ਅੱਖਾਂ ਦੇ ਅਥਰੂਆਂ ਨਾਲ ਹੀ ਦੱਸ ਦਿੱਤੀ। ਘਰ ਵਿੱਚ ਪਤਨੀ ਹੈ ਜੋ ਕਿ ਮੇਰੀ ਮਾਂ ਦੇ ਨਾਲ ਬਦਸਲੂਕੀ ਨਾਲ ਪੇਸ਼ ਆਉਂਦੀ ਹੈ ਅਤੇ ਦੋਵਾਂ ਬੱਚਿਆਂ ਨੂੰ ਪਤਨੀ ਨੇ ਕਿਹਾ ਕਿ ਆਪਣੀ ਦਾਦੀ ਦੇ ਨਾਲ ਗੱਲ ਨਹੀਂ ਕਰਨੀ। ਮੇਰੇ ਮਾਤਾ ਜੀ ਬਹੁਤ ਇਕੱਲਾਪਨ ਮਹਿਸੂਸ ਕਰਨ ਲੱਗ ਪਏ ਅਤੇ ਇਹਨਾਂ ਕਾਰਨਾਂ ਦੇ ਕਾਰਨ ਸਾਰਾ ਦਿਨ ਮਾਤਾ ਮੇਰੀ ਰੋਂਦੀ ਰਹਿੰਦੀ ਸੀ। ਇਸ ਲਈ ਮੈਂ ਉਹਨੂੰ ਬ੍ਰਿਥ ਘਰ ਛੱਡਣ ਆ ਗਿਆ। ਨਾਲ ਹੀ ਚੌਕੀਦਾਰ ਨੇ ਜੱਜ ਨੂੰ ਕਿਹਾ ਕਿ ਤੁਹਾਡੇ ਸਾਹਮਣੇ ਤਾਂ ਸਾਰੇ ਸਬੂਤ ਨੇ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ। ਤੁਸੀਂ ਆਪਣੀ ਮਾਂ ਨੂੰ ਇਨਸਾਫ ਨਹੀਂ ਦਿਵਾ ਸਕੇ, ਇਸ ਤਰ੍ਹਾਂ ਹੀ ਤੁਸੀਂ ਹੋਰਾਂ ਲੋਕਾਂ ਨੂੰ ਵੀ ਇਨਸਾਫ ਨਹੀਂ ਦੇ ਸਕਦੇ ਹੁਣੇ। ਇਹ ਗੱਲ ਜੱਜ ਸਾਹਿਬ ਨੂੰ ਚੁੱਭ ਗਈ ਅਤੇ ਚੌਕੀਦਾਰ ਦੀ ਗੱਲ ਇੰਨੀ ਅਸਰ ਕੀਤੀ ਕਿ ਜੱਜ 2 ਦਿਨ ਸੁੱਤਾ ਨਹੀਂ ਤੇ ਨਾ ਹੀ 2 ਦਿਨ ਖਾਣਾ ਖਾਧਾ। ਨਾ ਹੀ ਜੱਜ ਸਾਹਿਬ ਕੋਰਟ ਵੀ ਗਏ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਚੌਕੀਦਾਰ ਨੇ ਜੱਜ ਦੀ ਸਾਰੀ ਦੁਨੀਆ ਹੀ ਹਿਲਾ ਦਿੱਤੀ ਹੋਵੇ। ਤੀਸਰੇ ਦਿਨ ਜੱਜ ਆਪਣੇ ਕਮਰੇ ਤੋਂ ਬਾਹਰ ਆਇਆ। ਜੱਜ ਸਾਹਿਬ ਦੀ ਪਤਨੀ ਅਤੇ ਬੱਚੇ ਖਾਣਾ ਲੈ ਕੇ ਬਾਹਰ ਇੰਤਜ਼ਾਰ ਕਰ ਰਹੇ ਸੀ ਅਤੇ ਜੱਜ ਸਾਹਿਬ, ਤੁਸੀਂ ਕਦੋਂ ਖਾਣਾ ਖਾਓਗੇ? ਉਸੇ ਟਾਈਮ ਜੱਜ ਨੇ 3-4 ਕਾਗਜ਼ ਫੜੇ ਅਤੇ ਇੱਕ ਆਪਣੀ ਪਤਨੀ ਨੂੰ ਫੜਾ ਦਿੱਤਾ ਤੇ ਦੂਜਾ ਆਪਣੇ ਦੋਵਾਂ ਬੱਚਿਆਂ ਨੂੰ ਫੜਾ ਦਿੱਤੇ। ਜਦੋਂ ਕਾਗਜ਼ ਦੀ ਇੱਕ ਲਾਈਨ ਪਤਨੀ ਨੇ ਪੜ੍ਹੀ ਤੇ ਉਸੇ ਟਾਈਮ ਉਹਦੇ ਹੱਥੋਂ ਰੋਟੀ ਵਾਲੀ ਥਾਲੀ ਥੱਲੇ ਡਿੱਗ ਗਈ। ਉੱਤੇ ਲਿਖਿਆ ਹੋਇਆ ਸੀ, ਮੈਂ ਤੈਨੂੰ ਤਲਾਕ ਦੇਣਾ ਚਾਹੁੰਦਾ ਹਾਂ ਅਤੇ ਦੋਵਾਂ ਬੱਚਿਆਂ ਦੇ ਕਾਗਜ਼ ਤੇ ਲਿਖਿਆ ਹੋਇਆ ਸੀ, ਅੱਜ ਤੋਂ ਮੇਰੀ ਸਾਰੀ ਜਾਇਦਾਦ ਤੁਹਾਡੀ ਹੈ, ਮੈਨੂੰ ਕੁਝ ਨਹੀਂ ਚਾਹੀਦਾ। ਦੋਵਾਂ ਬੱਚਿਆਂ ਨੇ ਜ਼ਬਰਦਸਤੀ ਆਪਣੇ ਪਿਤਾ ਨੂੰ ਕੁਰਸੀ ਤੇ ਬਿਠਾ ਲਿਆ ਅਤੇ ਪੈਰਾਂ ਵਿੱਚ ਡਿੱਗ ਪਏ ਅਤੇ ਕਾਰਨ ਪੁੱਛਿਆ ਤੇ ਜੱਜ ਸਾਹਿਬ ਬੋਲੇ, ਮੈਂ ਆਪਣੀ 65 ਸਾਲਾਂ ਦੀ ਮਾਂ ਨੂੰ ਬ੍ਰਿਥ ਘਰ ਛੱਡ ਆਇਆ ਹਾਂ। ਅਣਜਾਣ ਲੋਕਾਂ ਦੇ ਭਰੋਸੇ ਉੱਥੇ ਛੱਡ ਆਇਆ ਹਾਂ। ਤੁਸੀਂ ਸਾਰੇ ਮੈਨੂੰ ਕਾਰਨ ਪੁੱਛ ਰਹੇ ਹੋ। ਸਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਏ। ਰੋਜ਼ ਮੇਰੇ ਕੋਲ ਆਉਣ ਤੋਂ ਬਾਅਦ ਮਾਂ ਮੇਰੀ ਰੋਂਦੀ ਸੀ, ਕਹਿੰਦੀ ਸੀ, ਬੇਟਾ ਬ੍ਰਿਥ ਆਸ਼ਰਮ ਛੱਡ ਆ। ਤੁਸੀਂ ਸਾਰਿਆਂ ਨੇ ਮੇਰੀ ਮਾਂ ਦੇ ਨਾਲ ਸਿੱਧੇ ਮੂੰਹ ਕਦੀ ਗੱਲ ਵੀ ਨਹੀਂ ਕੀਤੀ। ਤੁਸੀਂ ਇਹ ਵੀ ਭੁੱਲ ਗਏ ਕਿ ਜੱਜ ਨੂੰ ਪੂਰਾ ਸ਼ਹਿਰ ਸਲਾਮ ਕਰਦਾ ਹੈ ਕਿ ਉਸੇ ਜੱਜ ਬਣਨੇ ਤੇ ਉਸ ਦੀ ਮਾਂ ਨੂੰ ਕਿੱਡਾ ਵੱਡਾ ਰੋਲ ਹੈ। ਕਦੀ ਮੇਰੀ ਮਾਂ ਦੂਸਰਿਆਂ ਦੇ ਘਰ ਕੰਮ ਕਰਨ ਜਾਂਦੀ, ਕਦੀ ਮੈਨੂੰ ਇਕੱਲੇ ਨਹੀਂ ਛੱਡਦੀ ਸੀ। ਮੈਂ ਆਪਣੀ ਰੱਬ ਦੇ ਰੂਪ ਵਾਲੀ ਮਾਂ ਨੂੰ ਬ੍ਰਿਥ ਆਸ਼ਰਮ ਛੱਡ ਆਇਆ ਹਾਂ। ਉਹਨਾਂ ਲੋਕਾਂ ਦੇ ਭਰੋਸੇ ਛੱਡ ਆਇਆ ਹਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਹਾਂ ਕਿ ਮੇਰੀ ਮਾਂ ਨੂੰ ਕਿਹੜੀਆਂ ਬਿਮਾਰੀਆਂ ਲੱਗੀਆਂ ਹੋਈਆਂ ਹਨ। ਜੱਜ ਆਪਣੇ ਆਪ ਨੂੰ ਕੋਸਣ ਲੱਗਾ ਅਤੇ ਕਹਿਣ ਲੱਗਾ, ਮੈਂ ਦੂਸਰਿਆਂ ਦੇ ਫੈਸਲੇ ਸੁਣਾਉਣ ਵਾਲਾ ਹਾਂ, ਪਰ ਅੱਜ ਮੈਂ ਖੁਦ ਹੀ ਹਾਰ ਗਿਆ ਹਾਂ। ਨਾਲ ਹੀ ਕਹਿੰਦੇ, ਮੈਂ ਜੱਜ ਨਹੀਂ, ਮੈਂ ਗੁਨੇਗਾਰ ਹਾਂ ਅਤੇ ਜਿਹੜਾ ਮੈਂ ਗੁਨਾਹ ਕੀਤਾ ਹੈ ਸ਼ਾਇਦ ਮੈਨੂੰ ਕਾਨੂੰਨ ਤੇ ਮਾਫ ਕਰ ਦੇ, ਪਰ ਮੇਰਾ ਰੱਬ ਕਦੀ ਮੈਨੂੰ ਮਾਫ ਨਹੀਂ ਕਰੇਗਾ। ਨਾਲ ਹੀ ਜੱਜ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਕਦੀ ਮਾਫ ਨਹੀਂ ਕਰ ਸਕਦਾ ਅਤੇ ਨਾਲ ਹੀ ਆਪਣੇ ਬੱਚਿਆਂ ਨੂੰ ਕਹਿੰਦਾ, ਮੈਂ ਸਾਰਾ ਕੁਝ ਆਪਣਾ ਤੁਹਾਨੂੰ ਦੇ ਦਿੱਤਾ ਹੈ ਅਤੇ ਮੈਂ ਆਪਣੀ ਮਾਂ ਕੋਲ ਬ੍ਰਿਥ ਘਰ ਜਾਣਾ ਚਾਹੁੰਦਾ ਹਾਂ ਤੇ ਉਹਨਾਂ ਦੀ ਸੇਵਾ ਕਰਾਂਗਾ। ਤੇ ਨਾਲ ਹੀ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਯਾਦ ਰੱਖੀ, ਅੱਜ ਤੂੰ ਮੇਰੀ ਮਾਂ ਨੂੰ ਬ੍ਰਿਥ ਘਰ ਛੱਡਿਆ ਹੈ, ਤੂੰ ਵੀ ਇੱਕ ਮਾਂ ਹੈ, ਕੱਲ ਨੂੰ ਇਹੋ ਹੀ ਸਮਾਂ ਤੇਰੇ ਉੱਤੇ ਵੀ ਆਉਣਾ ਹੈ। ਇਹ ਸਾਰਾ ਕੁਝ ਕਹਿ ਕੇ ਜੱਜ ਸਾਹਿਬ ਬ੍ਰਿਥ ਘਰ ਚੱਲ ਪਏ ਅਤੇ ਅੱਧੀ ਰਾਤ ਨੂੰ ਚੌਕੀਦਾਰ ਜੱਜ ਸਾਹਿਬ ਨੂੰ ਵੇਖ ਕੇ ਹੈਰਾਨ ਹੋ ਗਿਆ। ਆਸ਼ਰਮ ਦੇ ਅੰਦਰ ਦਾਖਲ ਹੋਇਆ ਤਾਂ ਦੇਖਿਆ ਮੇਰੀ ਮਾਂ ਸੌਂ ਰਹੀ ਹੈ। ਜਦੋਂ ਮੈਂ ਕੋਲ ਜਾ ਕੇ ਦੇਖਿਆ ਤਾਂ ਮੇਰੀ ਮਾਂ ਨੇ ਪੂਰੇ ਪਰਿਵਾਰ ਦੀ ਫੋਟੋ ਨਾਲ ਰੱਖੀ ਹੋਈ ਸੀ ਤੇ ਨਾਲ ਰੋਂਦੀ ਰੋਂਦੀ ਸੌਂ ਗਈ। ਆਸ਼ਰਮ ਦੇ ਸਾਰੇ ਅਧਿਕਾਰੀ ਜਾਗ ਗਏ ਕਿਉਂਕਿ ਪਿੱਛੇ ਮੇਰੀ ਪਤਨੀ ਅਤੇ ਮੇਰੇ ਦੋਵੇਂ ਬੱਚੇ ਵੀ ਆ ਗਏ ਸੀ। ਉਹਨਾਂ ਨੂੰ ਵੀ ਇਹ ਅਹਿਸਾਸ ਹੋ ਗਿਆ ਕਿ ਉਹਨਾਂ ਨੇ ਕੀ ਪਾਪ ਕਰ ਦਿੱਤਾ ਏ। ਨਾਲ ਹੀ ਉੱਥੇ ਆਸ਼ਰਮ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਤੁਹਾਨੂੰ ਇਹਨਾਂ ਨੂੰ ਨਹੀਂ ਦੇ ਸਕਦੇ, ਕੀ ਪਤਾ ਤੁਸੀਂ ਇਹਨਾਂ ਨੂੰ ਮਾਰ ਹੀ ਨਾ ਦਵੋ। ਇਹ ਸਾਰਾ ਕੁਝ ਸੁਣਦੇ ਹੀ ਜੱਜ ਦੀ ਘਰਵਾਲੀ ਨੂੰ ਦਿਲ ਵਿੱਚ ਦਰਦ ਉੱਠ ਗਿਆ। ਨਾਲ ਹੀ ਬੋਲੀ ਕਿ ਮੇਰੇ ਹੱਥੋਂ ਬਹੁਤ ਵੱਡਾ ਪਾਪ ਹੋ ਗਿਆ ਹੈ, ਅਸੀਂ ਇਹਨਾਂ ਨੂੰ ਮਾਰਨਾ ਨਹੀਂ, ਇੱਕ ਇਹਨਾਂ ਨੂੰ ਵਧੀਆ ਜੀਵਨ ਦੇਣਾ ਹੈ। ਆਸ਼ਰਮ ਵਿੱਚ ਜਿੰਨੇ ਵੀ ਬਜ਼ੁਰਗ ਸੀ ਸਾਰਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਗਏ।
ਆਪਣੀ ਮਾਂ ਨੂੰ ਲੈ ਕੇ ਘਰ ਆਏ ਅਤੇ ਨਾਲ ਹੀ ਉਸ ਆਸ਼ਰਮ ਵਿੱਚ ਬਹੁਤ ਸਾਰੀਆਂ ਅੱਖਾਂ ਇਸ ਤਰ੍ਹਾਂ ਦੀਆਂ ਸੀ ਜੋ ਕਿ ਆਪਣੇ ਬੱਚਿਆਂ ਦਾ ਇੰਤਜ਼ਾਰ ਕਰ ਰਹੇ ਸਨ। ਨਾਲ ਹੀ ਉਸਨੇ ਕਿਹਾ, ਮਾਂ ਤੇਰੇ ਬਹੁਤ ਕਰਜ਼ ਨੇ ਮੇਰੇ ਤੇ, ਤੂੰ ਬਹੁਤ ਕੁਝ ਕੀਤਾ ਹੈ ਮੇਰੇ ਲਈ। ਜੇ ਮੈਂ ਤੇਰੇ ਨਾਲ ਨਾਰਾਜ਼ ਹੋ ਜਾਵਾਂ ਤਾਂ ਖੁਸ਼ ਮੇਰਾ ਰੱਬ ਵੀ ਨਹੀਂ ਹੋਣਾ ਮੇਰੇ ਤੋਂ। ਸਾਰੇ ਇਸ ਕਹਾਣੀ ਨੂੰ ਸੁਣ ਕੇ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦੱਸਿਓ।